ਹਾਂਜੀ ਮਾਰਨਿੰਗ ਆਪਾਂ ਇੱਥੇ ਛੱਡਿਆ ਸੀਗਾ the plugging of the xylem vessels checks translocation of water in xylem elements. This causes withering and ultimate the host plant wilts and dies away. ठीक है मतलब प्लगिंग मतलब ਜਦੋਂ ब्लॉक हो जाता है xylem vessels हैं जो सुन रहे हो हेलो मैम आवाज आ रही है हाँ जी ਇਹ ਕਿਹੜਾ ਟੌਪਿਕ ਹੈ ਆਪਾਂ ਉਹ ਨਹੀਂ ਕਰ ਰਹੇ ਸੀਗੇ डिजीजेस कर रहे थे ना ਆਪਾਂ ਮਾਰਨਿੰਗ ਨਹੀਂ ਮੈਮ ਮੈਂ ਉਸ ਟਾਈਮ ਕਲਾਸ ਚ ਨਹੀਂ ਸੀ ਨਾ ਮੈਂ ਬਾਹਰ ਉਹ ਰਿਕਾਰਡਿੰਗ ਨਾ ਮੈਂ ਤੁਹਾਨੂੰ ਸੈਂਡ ਕਰ ਦਾਂਗੀ ਠੀਕ ਹੈ ਹਾਂ ਫਿਰ ਮੈਂ ਤੁਹਾਨੂੰ ਉਹ ਵੀ ਦੱਸ ਦਾਂਗੀ ਬਾਅਦ ਚ ਆਊਟਲਾਈਨ ਅਗਰ ਕੋਈ ਨਾ ਆਇਆ ਨਾ ਹਜੇ ਹਾਂਜੀ ਹਾਂਜੀ ਠੀਕ ਹੈ ਇੱਕ ਮੈਮ ਮੇਰੀ ਸਿਸਟਰ ਮੈਂ ਅੱਜ ਗਈ ਸੀ ਨਾ ਉਹ ਕਹਿ ਰਹੇ ਸੀਗੇ ਵੀ ਇੱਧਰ ਬਠਿੰਡੇ ਸਾਈਡ ਜ਼ੂਮ ਨਹੀਂ ਚੱਲਦਾ ਤਾਂ ਹੀ ਮਨਮੀਤ ਨੂੰ ਪ੍ਰੋਬਲਮ ਆ ਰਹੀ ਹੈ ਮੇਨ ਪ੍ਰੋਬਲਮ ਪਤਾ ਕੀ ਹੈ ਵਾਈਫਾਈ ਦੀ ਹੈ ਠੀਕ ਹੈ ਜੇ ਵਾਈਫਾਈ ਹੋਊਗਾ ਨਾ ਫਿਰ ਕੋਈ ਵੀ ਐਪ ਹੈ ਉਹ ਚੱਲ ਜਾਂਦੀ ਹੈ ਜੇ ਤੁਸੀਂ ਮੋਬਾਈਲ ਡਾਟਾ ਚਲਾਓਗੇ ਫਿਰ ਨਹੀਂ ਚੱਲੇਗਾ ਹਾਂਜੀ ਹੁਣ ਪਰ ਮੋਬਾਈਲ ਡਾਟਾ ਤੇ ਚੱਲ ਰਿਹਾ ਮੇਰਾ ਤਾਂ ਅੱਛਾ ਤੁਹਾਡਾ ਚੱਲ ਰਿਹਾ ਫਿਰ ਉਹਨਾਂ ਨੈਟਵਰਕ ਇਸ਼ੂ ਹੋਗਾ ਮੈਂ ਕੋਈ ਹਮੇਸ਼ਾ ਹੀ ਮੋਬਾਈਲ ਤੇ ਹਾਂਜੀ ਇੱਥੇ ਹੁਣ ਸਾਡੇ ਬੱਚੇ ਹੈ ਮੇਰੇ ਜਠਾਣੀ ਦੇ ਉਹਨਾਂ ਨੂੰ ਵੀ ਮੇਰੀ ਜਠਾਣੀ ਦੇ ਬੱਚੇ ਹੈ ਉਹਨਾਂ ਨੂੰ ਵੀ ਮੈਂ ਮੋਬਾਈਲ ਤੇ ਉਹ ਜ਼ੂਮ ਕਲਾਸਿਸ ਲਗਾਉਂਦੇ ਅੱਛਾ 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 ਉਹ ਫਿਰ ਏਰੀਆ ਦਾ ਵੀ ਫਰਕ ਪੈ ਜਾਂਦਾ ਹਾਂਜੀ ਐਂ ਹੋਊਗਾ ਹਾਂ ਮੈਂ ਪਰ ਮੈਂ ਉਹ ਟੌਪਿਕ ਜੁਆਇਨ ਦਾ ਕਰਨ ਨੇਮ ਲਈ ਬੋਲ ਆਈ ਦੋ ਨਾ ਮੈਂ ਉੱਪਰ ਲਿਖਣਾ ਮੈਂ ਵੇਟ ਕਰ ਰਹੀ ਹਾਂ ਵੀ ਉਹ ਆਈ ਨਹੀਂ ਰਹੀ ਜੁਆਇਨ ਕਰਨ ਜੇ ਟਰਾਈ ਕਰੇ ਤਾਂ ਹੀ ਜੁਆਇਨ ਹੋ ਪਾਏਗੀ ਨਾ ਹਾਂਜੀ ਇਹ ਤਾਂ ਹੈ ਅੱਗੇ ਦੇਖੋ ਕਹਿੰਦੇ ਪਲੱਗਿੰਗ ਹੋ ਜਾਂਦੀ ਹੈ ਜ਼ਾਈਲਮ ਵੈਸਲਸ ਦੀ ਜ਼ਾਈਲਮ ਵੈਸਲਸ ਕੀ ਹੁੰਦਾ ਹੈਗਾ ਮਤਲਬ ਟ੍ਰਾਂਸਲੋਕੇਸ਼ਨ ਆਫ ਵਾਟਰ ਜਾਂਦਾ ਨਾ ਉਸ ਜ਼ਾਈਲਮ ਐਲੀਮੈਂਟਸ ਠੀਕ ਹੈ ਤਾਂ ਉਸ ਦੇ ਨਾਲ ਕੀ ਹੁੰਦਾ ਜਦ ਬਲੌਕੇਜ ਹੋਗੀ ਤਾਂ ਵਾਟਰ ਨਹੀਂ ਪਹੁੰਚੇਗਾ ਪਲਾਂਟ ਤੱਕ ਉਸ ਨਾਲ ਕੀ ਹੋਏਗੀ ਵਿਥਰਿੰਗ ਹੋਏਗੀ ਤੇ ਪਲਾਂਟ ਹੈ ਜਿਹੜਾ ਹੋਸਟ ਪਲਾਂਟ ਉਹ ਵਿਲਟ ਹੋ ਜਾਏਗਾ ਸੁੱਕ ਜਾਏਗਾ ਤੇ ਡਾਈ ਹੋ ਜਾਏਗਾ ठीक है symptoms की अंदर various irritations and chlorosis second dropping of leaves and petioles झड़ जाएगा सब कुछ vein clearing veins and prominent clear होने लग जाती हैं secretion of the toxins such as fusaric acid lycomycin toxin secrete होने शुरू हो जाते हैं जस्ट लाइक ना ह्यूमन बॉडी अगर देखा जाए है दोनों लिविंग ही ना प्लांट्स भी एंड ह्यूमंस भी जिवें ਆਪਾਂ ਹਿਊਮਨਸ ਨੂੰ ਅਗਰ ਕਾਦਾ ਕਰ ਰਹੇ ਆ ਆਪਾਂ ਇਹ ਦੇਖੋ ਆ ਸੀਗਾ ਤੇ ਇਹ ਜਦੋਂ ਆਪਾਂ ਸਮਝਾਈ ਕੀਤੀ ਸੀ ਨਾ ਤਾਂ ਐਕੋਮਾਈਸਿਟਿਸ ਤੇ ਮੈਂ ਛੱਡਿਆ ਸੀਗਾ ਉਸ ਦਿਨ ਜਦੋਂ ਤੁਸੀਂ ਸੀਗੇ ਹਾਂਜੀ ਇਹ ਮੈਂ ਸਵੇਰੇ ਕਰਵਾਇਆ ਬੈਸੀਡੀਓਮਾਈਸਿਟਿਸ ਕਰਵਾਇਆ ਡਿਊਟੀਰੀਓਮਾਈਸਿਟਿਸ ਕਰਵਾਇਆ ਇਸ ਤੋਂ ਬਾਅਦ ਅਸੀਂ ਡਿਜ਼ੀਜ਼ਸ ਸਟਾਰਟ ਕੀਤੀਆਂ ਫੰਗਸ ਦੀਆਂ ਠੀਕ ਹੈ ਇਹ ਫੰਗਸ ਦੀ ਡਿਜ਼ੀਜ਼ ਹਾਂ ਇੱਥੇ ਤੱਕ ਆਪਾਂ ਸਵੇਰੇ ਕੀਤਾ ਸੀ ਠੀਕ ਹੈ ਇਹ ਹੁਣ ਆਪਾਂ ਇੱਥੋਂ ਅੱਜ ਸਟਾਰਟ ਕੀਤਾ ਹੁਣ ਹਾਂ ਬਸ ਮੈਂ ਉਹੀ ਪੁੱਛਿਆ ਸੀ ਵੀ ਇਹ ਕਾਦਾ ਟੌਪਿਕ ਹੈ ਡਿਜ਼ੀਜ਼ਸ ਆਫ ਫੰਗਸ ਡਿਜ਼ੀਜ਼ਸ ਆਫ ਫੰਗਸ ਹੈ ਹਾਂਜੀ ਠੀਕ ਹੁਣ ਇਸ ਦੇਖੋ ਕੀ ਆਂਦਾ ਕਿ ਹੁਣ ਆਪਾਂ ਕਾਟਨ ਦੀ ਕਰ ਰਹੇ ਹਾਂ ਠੀਕ ਹੈ ਠੀਕ ਹੈ ਫੰਗਸ ਦੇ ਦੁਆਰਾ ਸਭ ਤੋਂ ਪਹਿਲਾਂ ਆਪਾਂ ਵੀਟ ਦੀਆਂ ਕੀਤੀਆਂ ਸੀ 3 ਫਿਰ ਕਾਟਨ ਦੀ ਠੀਕ ਹੈ ਐਵੇਂ ਟੌਪਿਕ ਚੱਲ ਰਹੇ ਨੇ ਠੀਕ ਹੈ ਹੁਣ ਫਿਊਜ਼ੇਰੀਅਮ ਵਿਲਟ ਚੱਲ ਰਹੀ ਸੀ ਫਿਊਜ਼ੇਰੀਅਮ ਇੱਕ ਸਪੀਸੀਜ਼ ਹੈ ਠੀਕ ਹੈ ਇੱਕ ਇੰਪੋਰਟੈਂਟ ਇਹਦੇ ਵਿੱਚ ਪਾਰਟ ਹੈ ਆ ਦੇਖੋ ਲਾਈਨ ਦਿਖਾਣੀ ਹੈ ਜੀਨਸ ਆਫ ਦਿਸ ਫੈਮਿਲੀ ਆ ਰਿਹਾ ਪੋਜ਼ਿਟਿਵ ਕੌਜ਼ਲ ਆਰਗੇਨਿਜ਼ਮ ਦੇ ਨੀਚਲੀ ਲਾਈਨ ਦੇਖੋ ਫਰਸਟ ਫਿਊਜ਼ੇਰੀਅਮ ਇਜ਼ ਦ ਲਾਰਜੈਸਟ ਫਾਰਮ ਜੀਨਸ ਆਫ ਦ ਫਾਰਮ ਫੈਮਿਲੀ क्यूबिकुलेसी ठीक है हाँ जी ईस्ट हेडिंग देखो डिजीज ऑफ कॉटन हाँ ठीक है इस दे विच ये सी फ्यूजेरियम विल्ट जिन्हों की कहने हैं वास्कुलर विल्ट डिजीज आए दा दूजा नाम है आ रहा
वैस्कुलर भी डिजीज, ठीक है। हाँ जी। ਹੁਣ ਇਸ 'ਚ ਦੇਖੋ ਰਾਜੇ, ਹੁਣ ਇਸ ਨਾ ਜਸਟ ਇਹਨੂੰ ਨਾ ਤੁਸੀਂ ਰਿਜ਼ੈਂਬਲ ਕਰੋ ਨਾ ਹਿਊਮਨਸ ਨਾਲ, ਵੀ ਕੀ ਹੁੰਦਾ ਹੈ। ਜਦੋਂ ਆਪਾਂ ਪਾਣੀ ਨਹੀਂ ਪੀਂਦੇ ਤਾਂ ਆਪਣੀ ਸਕਿਨ ਹੈ ਜਿਹੜੀ ਉਹ ਮੁਰਝਾਈ ਜੀ ਰਹਿੰਦੀ ਹੈ ਨਾ, हाँ जी ਸੁੱਕੀ मैम। ਸੁੱਕੀ ਰਹਿੰਦੀ ਹੈ, ਮਤਲਬ ਚਮਕ ਨਹੀਂ ਰਹਿੰਦੀ ਸਕਿਨ 'ਚ। ਤਾਂ ਇਸ ਦੇ हाँ ਵਿੱਚ ਕੀ ਹੈ, ਪੈਟਿਓਲਸ ਲੀਵਸ ਝੜ ਜਾਂਦੇ ਆ, ਸੁੱਕ ਜਾਂਦਾ ठीक। ਪੌਦਾ। हाँ जी हाँ ਤੇ जी। ਜਿਹੜੇ ਵੀਕ ਲੋਕ ਹੁੰਦੇ ਆ, ਜਿਹੜੇ ਮਤਲਬ ਮੈਰਸਮਸ ਹੈ, ਬੜੀਆਂ ਨਾ ਡਿਜ਼ੀਜ਼, ਜਿਵੇਂ ਸਟਾਰਵੇਸ਼ਨ, ਅਗਰ ਬੰਦਾ ਖਾਣਾ ਨਹੀਂ ਖਾਂਦਾ ਬਿਲਕੁਲ ਸੁੱਕ ਜਾਂਦਾ ਹੈ, हाँ जी हाँ ਠੀਕ जी। ਹੈ। ਤਾਂ ਉਹ ਚੀਜ਼ 'ਚ ਕੀ ਹੈ, ਇਹਦਾ ਕੀ ਹੈ, ਇਹਦਾ ਤਾਂ ਪਲਾਂਟ ਦਾ ਜਿਹੜਾ ਹੁਣ ਫੂਡ ਹੈ ਨਾ ਇੱਕ ਤਰ੍ਹਾਂ ਵਾਟਰ, ਬਿਨਾਂ ਵਾਟਰ ਤੋਂ ਕਿਵੇਂ ਸਰਵਾਈਵ ਕਰੇਗਾ, ਕਿਵੇਂ ਫੂਡ ਸਿੰਥੇਸਿਸ ਕਰੇਗਾ, हाँ जी ਠੀਕ ਹੈ। मतलब ਵੇਨ ਕਲੀਅਰਿੰਗ, ਇਸ ਦੀਆਂ ਵੇਨ वाटर ਦਿਖਣ नाल ਲੱਗ ही, ਜਾਂਦੀ ਹੈ, ठीक है। ਵੇਨ ਕਲੀਅਰ, ਜਿਵੇਂ ਸੁੱਕੇ ਮਤਲਬ ਇੱਕ ਗਰੀਬ ਬੰਦੇ ਦੀ, ਮਜ਼ਦੂਰ ਹੁੰਦੇ ਆ ਜਿਹੜੇ ਦਿਹਾੜੀ ਵਾਲੇ, हाँ जी ਉਹਨਾਂ ਦੀ उन्होंने भी। ਨਾੜਾਂ ਐਨ ਦਿਖ ਰਹੀਆਂ ਹੁੰਦੀਆਂ, हाँ जी मैम। ਠੀਕ ਹੈ, ਕਿਉਂਕਿ ਉਹਨਾਂ ਨੂੰ ਨਿਊਟ੍ਰੀਸ਼ਨ ਨਹੀਂ ਨਾ ਮਿਲਦਾ ਵਧੀਆ, हाँ जी प्रॉपर न्यूट्रिशन। ਠੀਕ ਹੈ। ਸੇਮ ਚੀਜ਼ ਇਸ 'ਚ। हाँ ਤੀਜਾ, जी। ਜਦ ਆਪਾਂ ਪਾਣੀ ਘੱਟ ਪੀਂਦੇ ਆ ਤਾਂ ਆਪਾਂ ਵੀ ਕਹਿੰਦੇ ਆ ਨਾ ਕਿ ਪਾਣੀ ਕੀ ਹੈਲਪ ਕਰਦਾ, ਸਿਕ੍ਰੀਸ਼ਨਸ ਆਊਟ ਕਰਦਾ ਕਿਡਨੀ ਦੇ ਥਰੂ, ਬਾਈ ਯੂਰਿਨ ਜਾਂ ਬਾਈ टॉक्सिन की ਸਵੈਟਿੰਗ। तरह। हाँ जी। ਤਾਂ ਫਿਰ ਜਿਹੜੇ ਇਹਦੇ ਸਿਕ੍ਰੀਸ਼ਨਸ ਨੇ ਉਹ ਵੀ ਤਾਂ ਅੰਦਰ ਰਹਿ ਜਾਣਗੇ, हाँ यस मैम। ਠੀਕ ਹੈ। ਉਹਦੀ ਸਿਕ੍ਰੀਸ਼ਨਸ ਵੱਧ ਜਾਏਗੀ ਕਿਉਂਕਿ ਪਾਣੀ ਨਹੀਂ ਜਾ ਰਿਹਾ ਹੁਣ, ਠੀਕ ਹੈ। ਸੇਮ ਉਹੀ हाँ ਚੀਜ਼ जी ਨਾਲ ਰਿਲੇਟ ਕਰ ਸਕਦੇ ਹੋ, ਇਹਦੇ ਸਿੰਪਟਮਸ ਨੇ। ठीक है And मैम। fifth one is the elongation and disintegration of the cells of the chlorenchymatous tissue. फुजेरिक एसिड है इसमें लाइकोमेरिक। ਹਾਂ, ਇਹ ਟੌਕਸਿਨਸ ਨੇ ਇਹਨਾਂ ਦੇ, ਪਲਾਂਟਸ ਦੇ, ਜਿਨ੍ਹਾਂ ਦੀ ਸਿਕ੍ਰੀਸ਼ਨ ਹੁੰਦੀ ਹੈ due to lack of water, ਠੀਕ ਹੈ। हाँ जी। ਫਿਰ ਹੈ mechanical plugging of the vessels, ਮਤਲਬ ਇਸ ਦੇ ਜ਼ਾਈਲਮ ਵੈਸਲਸ ਦੇ ਬਲੌਕ ਹੋਣ ਨਾਲ, ਪਲੱਗ ਹੋਣ ਨਾਲ, ਬਾਕੀ ਜਿਹੜੇ ਪਲੱਗਿੰਗ ਹੈ ਵੈਸਲਸ ਹੈ ਉਹਨਾਂ ਦਾ ਵੀ ਮਕੈਨੀਕਲ ਕੀ ਹੁੰਦਾ, ਬਲੌਕੇਜ ਹੋ ਜਾਂਦੀ ਹੈ। ठीक है। 7th, gas blocking of the vessels due to production of CO2 by the pathogen. ਕਹਿੰਦਾ ਜਦੋਂ ਹੈਵਨ ਨਹੀਂ ਹੋਏਗਾ ਤਾਂ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ, ਕੋਈ ਨਾ ਕੋਈ ਪੈਥੋਜਨ ਹੈ ਜਿਹੜਾ ਉਹ ਗਰੋ ਕਰੇਗਾ ਨਾ ਅੰਦਰ, ਜਦੋਂ ਗਰੋ ਕਰੇਗਾ ਤਾਂ ਕੋਈ ਨਾ ਕੋਈ ਗੈਸ ਰਿਲੀਜ਼ ਹੋਏਗੀ, ਤਾਂ ਇਸ 'ਚ ਕਿਹੜੀ ਹੁੰਦੀ ਹੈ, CO2। ਪਲਾਂਟਸ ਜਿਹੜੇ ਆਪਣੇ CO2 ਲੈਂਦੇ ਨੇ ਨਾ, ਆਕਸੀਜਨ जी ਦਿੰਦੇ ਨੇ, ਤਾਂ ਉਸਦੀ ਉਹਦੇ ਨਾਲ ਕੀ ਹੈ, ਗੈਸ ਬਲੌਕਿੰਗ ਵੈਸਲਸ ਹੋ ਜਾਂਦੀ ਹੈ, ठीक है। ਠੀਕ ਹੈ। ਮਤਲਬ ਪ੍ਰੋਪਰ ਸਰਕੂਲੇਸ਼ਨ ਨਹੀਂ ਹੋ ਪਾ ਰਹੀ, ठीक, क्योंकि फूड से CO2 ਜਿਹੜੀ यूज होनी जो नहीं हो रही, वाटर की कमी करके ना। ਵਾਟਰ ਜਾ ਨਹੀਂ ਪਾ ਰਿਹਾ ਨਾ, हाँ हाँ जी, वो फिर ਤਾਂ ਇਸ ਕਰਕੇ CO2 ਦੀ ਪ੍ਰੋਡਕਸ਼ਨ ਹੋਣ ਲੱਗ ਗਈ ਨਾ। CO ਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਤਾਂ ਕਈ ਪਲੂਸ਼ਨ ਨਿਕਲਣ ਲਈ ਵੀ ਤਾਂ ਰਾਹ ਚਾਹੀਦਾ, हाँ ठीक है। ਪ੍ਰੈਸ਼ਰ ਕ੍ਰੀਏਟ ਹੋ ਰਿਹਾ ਇੱਕ ਤਰ੍ਹਾਂ, हाँ जी ਹੈ ਨਾ। ਜਿਵੇਂ ਆਪਾਂ ਅਗਰ ਕੋਈ ਵੀ ਐਗਜ਼ਾਮਪਲ ਲਈਏ, ਚੀਜ਼ਾਂ ਦੀ ਐਗਜ਼ਾਮਪਲ ਲਈਏ ਜਾਂ ਹਿਊਮਨ ਬੋਡੀ ਦੀ ਵੀ ਲਈਏ, ਬਲੌਕੇਜ ਨਹੀਂ ਹੁੰਦੀ, ਜਿਵੇਂ हाँ जी हाँ ਬਲੌਕੇਜ ਹੋਏਗੀ ਤਾਂ ਸਾਰੀ ਵੈਸਲਸ ਤੇ ਇਫੈਕਟ ਪਏਗਾ ਨਾ, ठीक है। ਪੂਰੀ ਬੋਡੀ ਤੇ ਇਫੈਕਟ ਪੈਂਦਾ। हाँ हाँ जी हाँ जी। ਸੇਮ ਚੀਜ਼ ਪਲਾਂਟਸ ਹੈ। ਇਸ ਤੋਂ ਬਾਅਦ ਆਉਂਦਾ ਹੈ ਰੀਕਰੈਂਸ, ਮਤਲਬ ਦੁਬਾਰਾ ਉਸੇ हाँ ਡਿਜ਼ੀਜ਼ ਦਾ ਹੋਣਾ, ਠੀਕ ਹੈ। Facultative parasitic reoccurs from the soil and lies dormant in soil even if host plants are absent. ਜਿਹੜੇ ਪਲਾਂਟ ਵਿੱਚ ਸ਼ੁਰੂ ਹੋਈ ਸੀ ਅਗਰ ਉਹ ਨਹੀਂ ਵੀ ਹੈਗਾ ਬਟ ਪੈਰਾਸਾਈਟ ਹੈ ਉੱਥੇ ਉਸ ਸੋਇਲ ਦੇ ਅੰਦਰ, ਤਾਂ ਉਹ ਰੀਕਰੈਂਸ ਹੋ ਜਾਏਗੀ। ਜੇ ਉਹ ਕਲਮਾਈਡੋਸਪੋਰਸ ਜਿਹੜੇ ਆਪਾਂ ਪਿੱਛੇ ਪੜ੍ਹੇ ਸੀ, ਮੈਕਰੋਕੋਨੀਡੀਆ, ਮਾਈਕਰੋਕੋਨੀਡੀਆ, ਠੀਕ ਹੈ, ਕੋਈ ਨਾ ਕੋਈ ਚੀਜ਼ ਅਗਰ ਉੱਥੇ ਆ ਜਾਂਦੀ ਹੈ ਤਾਂ ਰੀਕਰੈਂਸ ਹੋ ਜਾਏਗੀ, ਠੀਕ ਹੈ। ठीक है। हाँ ਇਸ ਤੋਂ ਬਾਅਦ ਆਉਂਦਾ ਕੰਟਰੋਲ ਆਫ ਡਿਜ਼ੀਜ਼। ਕਿਵੇਂ ਕੰਟਰੋਲ ਕੀਤਾ ਜਾਂਦਾ ਹੈ, ਰੋਟੇਸ਼ਨ ਨਾਲ, ਦੁਬਾਰਾ ਉਹ ਚੀਜ਼ ਨਾ ਉਗਾਓ, हाँ ਮਿਕਸਿੰਗ, ਠੀਕ ਹੈ। ठीक है। ਡਿਵੈਲਪਮੈਂਟ ਆਫ ਰੈਜ਼ਿਸਟੈਂਟ ਵੈਰਾਈਟੀਜ਼, ਇਹੋ ਜਿਹੀਆਂ ਵੈਰਾਈਟੀਜ਼ ਨੂੰ ਉਗਾਓ ਜਿਹੜੀਆਂ ਉਸਦੇ ਰੈਜ਼ਿਸਟੈਂਟ ਹੋਣ, ਉੱਥੇ ਮਤਲਬ ਉਹਨੂੰ ਗਰੋ ਹੀ ਨਾ ਕਰਨ ਦੇਣ ਬਿਮਾਰੀ ਨੂੰ, ਠੀਕ ਹੈ। ठीक है। ਬਰਨਿੰਗ ਆਫ ਦ ਡਿਜ਼ੀਜ਼ਡ ਪਲਾਂਟਸ, ਜਿਹੜੇ ਵੀ ਹੁਣੇ ਖਰਾਬ ਸੀਗੇ ਪਲਾਂਟਸ, ਉਹਦਾ ਇੱਕ ਵਾਰੀ ਅੱਗ ਲਗਾ ਦੋ,
ਠੀਕ ਹੈ ਜਿਵੇਂ ਕਰਦੇ ਨੇ ਨਾ ਖੇਤਾਂ 'ਚ ਅੱਗ ਲਗਾਉਂਦੇ ਨੇ ਨਾ, ਹਾਂਜੀ ਸਟੱਬਲ ਦੀ ਕਰਦੇ ਹੁੰਦੇ ਜਿਵੇਂ ਪਰਾਲੀ ਨੂੰ ਬਾਅਦ ਅੱਗ 'ਚ ਲਗਾਉਂਦੇ ਲਗਾਉਂਦੇ ਨਾ ਆ। ਕਣਕ ਦੀ ਵੱਢੀ ਤੋਂ। ਹਾਂਜੀ ਹਾਂਜੀ ਮੈਮ ਪਤਾ ਹੈ ਹਾਂ, ਉਹ ਬਰਨਿੰਗ ਆਫ ਦ next is the early blight of potato। ਠੀਕ ਹੈ, ਠੀਕ ਹੈ ਇਹ ਕਿਹੜੀ ਉਹਦੇ ਚ ਆਉਂਦੀ ਹੈ, ਕਿਹੜੀ ਪੋਜੀਸ਼ਨ ਹੈ ਦੀ ਫਾਰਮ ਕਲਾਸ ਕਿਹੜੀ ਹੈ, ਡਿਊਟੀਰੀਓਮਾਈਸੇਟੀਸ ਚ ਆਏਗੀ। ਆਰਡਰ, ਫੈਮਿਲੀ, ਜੀਨਸ ਇਹ ਯਾਦ ਕਰਨੇ ਜ਼ਰੂਰੀ ਨਹੀਂ ਹੈ, ਵੈਸੇ ਪਤਾ ਹੋਣੇ ਚਾਹੀਦੇ ਆ ਥੋੜੇ ਬਹੁਤ ਨਾਮ ਤੋਂ। ਠੀਕ ਹੈ, ਠੀਕ ਹੈ ਮੇਨ ਜਿਹੜੀ ਆਉਂਦੀ ਚੀਜ਼ ਉਹ ਆਉਂਦੀ ਹੈ ਜਿਵੇਂ ਅਰਲੀ ਬਲਾਈਟ ਆਫ ਪੋਟੈਟੋ ਆ ਗਿਆ, ਉਹਦਾ ਪੋਜ਼ਿਟਿਵ ਆਰਗੇਨਿਜ਼ਮ ਕਿਹੜਾ ਹੈ, ਜਾਂ ਫਿਰ ਉਹ ਕਿਹੜੀ ਟਾਈਪ ਆਫ ਫੰਗਸ ਚ ਆਉਂਦੀ ਹੈ। ਠੀਕ ਹੈ, ਜਾਂ ਫਿਰ ਇਹਦਾ ਦੂਜਾ ਨਾਮ ਕੀ ਹੈ, ऐसे क्वेश्चंस आते हैं। ਇਹ ਵੀ ਹੁੰਦਾ ਨਾ ਇੱਕ ਲੇਟ ਬਲਾਈਟ ਆਫ ਪੋਟੈਟੋ ਵੀ ਹੁੰਦਾ ਨਾ। हाँ हाँ हाँ, ये अर्ली है। ਇਹ ਆ ਗਈ ਹਾਂਜੀ ठीक है, ਦੋਨਾਂ ਚ ਕੀ ਡਿਫਰੈਂਸ ਹੈ ਕਿਹੜੇ ਚ अर्ली अर्ली ਤੇ और late late ਚ? ਪਿੱਛੇ ਨਾ ਮੈਂ ਪੜਾਇਆ ਸੀ ਇੱਕ ਕੁਐਸਚਨ, ਉਸ ਸੀਗਾ ਸਾਰੇ ਨਾ ਇੱਕੋ ਤਰੀਕੇ ਨਾਲ ਰਿਲੇਟਡ ਨੇ, ਉਹਨੇ ਤੁਹਾਨੂੰ ਉਹ ਵੀ ਦਿਖਾਈ ਦੇ ਇਸ ਕੀਤੀ ਹੈ ਨਾ, yellow और striped rust of wheat, orange और brown rust of wheat। ਠੀਕ ਹੈ, ਸਿਰਫ ਕਲਰ ਦਾ ਫਰਕ ਹੈ। ਅਰਲੀ ਲੇਟ ਦੇ ਵਿੱਚ ਕੀ ਹੈ, ਉਹਦੇ ਹੋਣ ਦਾ ਫਰਕ ਹੈ। ਜਿਵੇਂ ਕੁਝ ਬਿਮਾਰੀਆਂ ਦਾ ਇਨਕਿਊਬੇਸ਼ਨ ਟਾਈਮ ਘੱਟ ਹੁੰਦਾ ਨਾ, ਜਲਦੀ ਹੋ ਜਾਂਦੀਆਂ, ਕੁਝ ਬਿਲਕੁਲ ਮਤਲਬ ਜਦ ਪੂਰਾ ਵੱਧ ਜਾਂਦੀਆਂ ਨੇ ਉਦੋਂ ਪਤਾ ਲੱਗਦੀਆਂ ਨੇ। ਠੀਕ ਹੈ ਹਾਂਜੀ ਵੀ ਮਤਲਬ ਠੀਕ ਹੈ, ਬਾਅਦ ਉਹ ਚੀਜ਼ ਆਪਣੀ ਬੋਡੀ ਚ ਵੀ ਇਹ ਹੁੰਦਾ ਪਰ ਪਹਿਲਾਂ ਹਾਂ, ਧਿਆਨ ਮਤਲਬ ਕੁਝ ਨੇ ਜਿਹੜੀਆਂ ਉਹ ਟਾਈਮ ਲਗਾਉਂਦੀਆਂ ਨੇ ਵਧਣ ਨੂੰ, ਫੇਰ ਆਉਂਦੀਆਂ ਨੇ ਰਿਪੋਰਟਸ। ਠੀਕ ਹੈ, ਹਾਂਜੀ ਆਪਣੀ ਇਹ ਅਰਲੀ ਤੇ ਲੇਟ। ਇਸ ਤੋਂ ਬਾਅਦ ਆਉਂਦਾ ਹੈ causal organism Alternaria, ਮਤਲਬ ਉਹਦਾ ਜੀਨਸ ਹੈ। common saprophytic imperfect fungus, found ਕਿੱਥੇ ਮਿਲਦਾ ਹੈ, dead parts of the plants in soil, ਜਿਹੜੇ ਹੁਣ ਸੁੱਕੇ ਪਲਾਂਟਸ ਮਿੱਟੀ ਦੇ ਵਿੱਚ ਹੀ ਰਲ ਗਏ ਉਹਦੇ ਚ ਮਿਲਦਾ। ਠੀਕ ਹੈ, Alternaria solani is solani cause the early blight of potato। solani याद रख लियो, ਨਹੀਂ solani ਐਸੋ ਮੈਂ ਨਾ ਉਹ ਕਰਵਾਇਆ ਸੀ ਸਵੇਰੇ ਉਹਨਾਂ ਨੂੰ, ਆ ਦੇਖੋ ਸਕਰੀਨਸ਼ਾਟ ਲੈ ਲਓ। ਮੈਮ ਕਲੀਅਰ ਨਹੀਂ ਹੈ देखो क्लियर है, नहीं है क्लियर रुको एक एक बॉक्स कर लो। ठीक है, थोड़ा सा मैम ब्लर है तेरी हाँ हम ठीक है हाँ जी हो ओके। गया ਹੁਣ ਤੁਸੀਂ ਨੀਚੇ ਨਾ 2 ਵੀਟ ਦੀਆਂ ਰਹਿ ਗਈਆਂ ਸੀਗੀਆਂ, ਉਹ ਵੀ ਕਰ ਲਓ। हाँ जी हो गया ਹੁਣ ਇਧਰਲਾ ਕਾਲਮ ਕਰ ਲਓ। ठीक है हाँ जी ਆ ਗਿਆ ਸਾਰਾ, हाँ जी ਇਹ ਸਾਰੀਆਂ ਤੁਹਾਡੇ ਕੋਲ ਡਿਜ਼ੀਜ਼ਸ ਆ ਗਈਆਂ। ठीक ਰਾਈਸ, ਵੀਟ ਤੇ ਸ਼ੂਗਰਕੇਨ। ਠੀਕ ਹੈ, ਇਸ ਤੋਂ ਬਾਹਰ ਨਹੀਂ ਆਏਗਾ ਕੁਐਸਚਨ, ठीक है ਇਹ ਡਿਜ਼ੀਜ਼ਸ ਦੇ ਵਿੱਚੋਂ ਹੀ ਆ ਸਕਦਾ ਮੈਕਸਿਮਮ। ਜਿਹੜਾ ਵੀ ਡਿਜ਼ੀਜ਼ ਦਾ ਕੁਐਸਚਨ ਹੋਏਗਾ ਨਾ ਉਰੇ ਆਏਗਾ। ठीक है मैम ਨੈਕਸਟ ਇਜ਼ ਦ ਕਿੱਥੇ ਸੀਗੇ ਆਪਾਂ, मैम मेरे को ਜਿਹੜੀ ਇਹ बुक है ना ਉਹਦੇ ਵਿੱਚ ਇੰਨੀ ਥਿਊਰੀ ਨਹੀਂ ਹੈਗੀ ਦੇਖੋ ਇੱਕ ਜਾਂ ਇੱਕ ਡੇਢ ਪੇਜ ਤੇ ਕੁਝ ਅਰੀਹੰਤ ਬੁੱਕ ਹੈ ਨਾ, ਹਾਂਜੀ ਐਰੀਐਂਟ ਦੀ ਬੁੱਕ ਹੈ ਅਰੀਹੰਤ ਵਿੱਚ ਨਾ ਨਹੀਂ ਹੁੰਦੀ ਥਿਊਰੀ, ਉਸ ਤੋਂ ਤੁਹਾਨੂੰ ਐਮਸੀਕਿਊਜ਼ ਅੱਛੇ ਮਿਲਦੇ ਆ। ਹਾਂਜੀ ਮੈਮ ਐਮਸੀਕਿਊ ਹੈਗੇ ਆ विदाउट मिस्टेक है, उसको गलती भी नहीं होगी आंसर। ठीक है मतलब कई बुक्स ना ठीक करने पैंदे आंसर, हाँ जी हाँ कोई ना कोई मिस्टेक आ जाती है, जिवें स्वरण दी बुक च हुंदी है। ठीक है
ठीक है, अरिहंत एमसीक्यूज ਲਈ अच्छी है। ये अंदर black point disease in the wheat and A. is parasitic on members of the family Compositae। ठीक है, A. की है Alternaria zini। ठीक है, दूसरा जीनस आ गया। ठीक है, ऊपर देखो ना, फॉर्म जीनस ऑल्टरनेरिया। पहला ਆਪਾਂ A. solani ਦੀ ਗੱਲ ਕੀਤੀ ਹੈ। Alternaria is a genus, Solani is a species। ठीक है, ਜੇ ਤੁਹਾਨੂੰ ਯਾਦ ਹੋਵੇ ਮੈਂ ਤੁਹਾਨੂੰ ਇੱਕ ਹੋਰ ਦੱਸਿਆ ਸੀ ਨੇਮਿੰਗ। ਜੀਨਸ ਦਾ ਵਰਡ ਹਮੇਸ਼ਾ ਕੈਪੀਟਲ ਚ ਲਿਖਿਆ ਜਾਂਦਾ ਹੈ, ਸਪੀਸੀਜ਼ ਦਾ ਸਮਾਲ ਚ। हाँ जी ਤਾਂ ਧਿਆਨ ਨਾਲ ਦੇਖੋ, ਇਹਨਾਂ ਨੇ ਸੋਲੈਨੀ ਦਾ S ਵੀ ਛੋਟਾ ਲਿਖਿਆ, ਜਿਨਈ ਦਾ Z ਵੀ। ठीक है, ਇੱਥੋਂ ਪਤਾ ਲੱਗ ਜਾਂਦਾ ਕਿਹੜਾ ਜੀਨਸ ਹੈ ਕਿਹੜਾ ਸਪੀਸੀਜ਼ ਹੈ। ठीक ਠੀਕ ਹੈ, हाँ जी, ਕਈ ਵਾਰੀ ਨੇਮਿੰਗ ਤੇ ਹੀ ਕੁਐਸਚਨ ਆ ਜਾਂਦਾ ਸਿੰਪਲ ਜਿਹਾ, ਵੀ ਕਿਹੜਾ ਸਹੀ ਤਰੀਕੇ ਨਾਲ ਲਿਖਿਆ ਹੈ। ठीक है हाँ ਠੀਕ ਹੈ, ਫਿਰ ਤੁਹਾਨੂੰ ਇਹ ਵੀ ਪਤਾ ਹੋਵੇ ਕਿਹੜਾ ਜੀਨਸ ਹੈ। ਤੇ ਉਹ ਵੱਡੇ ਕੈਪੀਟਲ ਲੈਟਰ ਵਿੱਚ ਲਿਖਿਆ ਹੁੰਦਾ ਸਪੀਸੀਜ਼ ਸਮੂਹ ਹੈ। ਕੈਪੀਟਲ ਉਹਦਾ ਫਰਸਟ ਵਰਡ, ਜਿਵੇਂ ਆਪਾਂ ਆਪਣਾ ਨਾਮ ਲਿਖਦੇ ਆ ਨਾ, ਆਪਾਂ ਕੌਰ ਦਾ ਕੇ ਮੋਸਟਲੀ ਛੋਟਾ ਪਾਉਂਦੇ ਆ। हाँ ठीक है, मतलब पीछे वाला वर्ड ਦਾ ਜਿਹੜਾ ਆਪਣਾ ਕੌਰ ਹੈ ਨਾ, ਉਹਦਾ ਕੇ ਛੋਟਾ ਰੱਖੀਏ ਤਾਂ ਪਿੱਛੇ ਵਾਲਾ ਸਪੀਸੀਜ਼ ਹੋਊਗਾ, ਆਪਣਾ ਨਾਮ ਦਾ ਵਰਡ ਅੱਗੇ ਵਾਲਾ ਵੱਡਾ ਹੋਊਗਾ। हाँ जी, ਉਹ ਜੀਨਸ ਹੈ, ਇੱਥੋਂ ਯਾਦ ਰੱਖੋ। ਕਦੇ ਐਵੇਂ ਨਹੀਂ ਨਾ ਹੁੰਦਾ ਆਪਣਾ ਪਹਿਲਾ ਅਕਸ਼ਰ ਛੋਟਾ ਪਾਈਏ। हाँ जी, ਬਸ ਉਹ ਚੀਜ਼ ਹੈ। ਅੱਗੇ ਹੈਗਾ vegetative body of the fungus is light brown slender branched intercellular mycelium found in the host tissue and therefore can only be seen by cutting sections of the infected host plant। ठीक है, ऑब्वियस है ना कि किसी चीज से बीमारी होने ਲਈ ਉਸ 'ਚ ਕੋਈ ਰਸਤਾ ਚਾਹੀਦਾ ਜਾਣ ਦਾ। हाँ जी, ਤਾਂ ਇਸ 'ਚ ਕਿਹੜਾ ਹੈ, ਕਟਿੰਗ ਸੈਕਸ਼ਨਸ ਹੁੰਦੇ ਆ ਉਹਦੇ। ਠੀਕ ਹੈ, ਜਿਵੇਂ ਮੰਨ ਲਓ ਹਿਊਮਨਸ ਅਗਰ ਕੁਝ ਸੇ ਵੀ ਸੱਟ ਲੱਗਦੀ ਹੈ ਤਾਂ ਇਨਫੈਕਸ਼ਨ ਹੋਣ ਦੇ ਚਾਂਸ ਵੱਧ ਜਾਂਦੇ ਆ ਨਾ, ਉਹ ਚੀਜ਼ ਹੈ। ਤੇ ਕੁਝ ਟਾਈਮ ਬਾਅਦ ਫਿਰ ਕੀ ਹੁੰਦਾ, ਮਾਈਸੀਲੀਅਮ ਹੈ ਜਿਹੜਾ ਕਿਸ ਕਲਰ ਦਾ ਹੋ ਜਾਂਦਾ ਹੈ, ਡਾਰਕ ਬ੍ਰਾਊਨ। ਔਰ ਇਸ ਦੇ ਵਿੱਚ ਫੰਗਸ ਕਿਵੇਂ ਰੀਪਰੋਡਿਊਸ ਕਰਦੀ ਹੈ, asexually with the help of conidia and these are the multicellular septate brown and develop usually in the chains। ਫਿਰ ਇੱਕ ਜਗ੍ਹਾ ਤੇ ਆ ਕੇ ਕੋਨੀਡੀਆ ਬ੍ਰੇਕ ਕਰਦੇ ਨੇ। ਠੀਕ ਹੈ, they develop on the short dark colored conidiophores which cannot be differentiated from the septate vegetative mycelium। ठीक है, फिर वो डिफरेंशिएट नहीं हो पाते, ਜਿਹੜੇ ਟੁੱਟੇ ਨੇ ਨਾ ਡਾਰਕ ਕਲਰ ਕੋਨੀਡੀਓਫੋਰਸ ਆ ਗਏ, ਅਲੱਗ ਹੋ ਗਏ, ਤਾਂ ਉਹ ਪਤਾ ਨਹੀਂ ਚੱਲ ਪਾਉਂਦਾ, ਫਿਰ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿਉਂਕਿ ਸੇਮ ਕਲਰ ਦੇ ਹੋਗੇ ਨਾ। ਤੇ ਫਿਰ ਜਿਹੜੇ ਕੋਨੀਡੀਓਫੋਰਸ ਨੇ ਸਟੋਮੈਟਾ ਦੇ ਥਰੂ ਕਿੱਥੇ ਚਲੇ ਜਾਂਦੇ ਨੇ, ਲੀਫ। ਸਟੋਮੈਟਾ ਤਾਂ ਪਤਾ ਨਾ, यस मैम, ट्रांसपोर्टेशन प्रोसेस ਹੁੰਦੀ ਹੈ। ਇਹ ਜੋ ਗੈਸਿਸ ਮੈਮ ਜਿਹੜੀ ਪਲਾਂਟਸ ਚ ਹੁੰਦੇ ਨੇ ਟੋਮੈਟੋ ਦੇ ਥਰੂ। ਹਾਂ, ਲੀਫ ਦੀ ਨੀਚੇ ਹੁੰਦੇ ਨੇ हाँ जी मैम, ਤੇ ਟ੍ਰਾਂਸਪੀਰੇਸ਼ਨ ਪ੍ਰੋਸੈਸ ਹੁੰਦੀ ਹੈ ਇਹਦੇ ਥਰੂ। ਠੀਕ ਹੈ, ट्रांसपीरेशन दी हाँ जी, ਕਿਵੇਂ ਦੇ ਹੁੰਦੇ ਨੇ, ਜਿਵੇਂ ਆਪਣੇ ਰਾਜਮਾ, ਜਿਵੇਂ ਆਪਣੇ ਕਿਡਨੀ ਨੇ, ਐਵੇਂ ਦੀ ਸ਼ੇਪ। ਇਸ ਤੋਂ ਬਾਅਦ ਹੈ the dead center of the infected spores appear as the concentric rings। ਜਿਹੜੇ infected spores ਨੇ ਉਹ ਕਿਵੇਂ ਦਿਖਦੇ ਨੇ, concentric rings ਵਰਗੇ। concentric ring ਸਮਝਦੇ ਹੋ? नहीं ਆਪਣੇ ਅੰਗੂਠੇ ਨੂੰ ਦੇਖੋ, ठीक, palm हाँ वाली जी, साइड ਲਾਈਨਸ ਨੇ ਨਾ ਆਪਣੇ ਉਸ ਤੋਂ हाँ जी, हाँ जी, ਗੋਲ ਗੋਲ ਦੀਆਂ ਘੁੰਮ ਰਹੀਆਂ। हाँ हाँ जी, ਜਿਹੜੇ ਵਰਲ ਜੇ ਬੰਦੇ ਹੁੰਦੇ ਹਾਂ ਜੀ। ਹਾਂ, ਬਸ ਐਵੇਂ ਐਵੇਂ concentric rings ਹੁੰਦੀਆਂ। ठीक है, ਠੀਕ ਹੈ, each ठीक है, conidium possess 10 transverse। ਹਰ ਇੱਕ ਕੋਨੀਡੀਅਮ ਦੇ ਵਿੱਚ ਕਿੰਨੇ ਕਿੰਨੇ ਹੋਣਗੇ ਪਾਰਟੀਸ਼ਨ, ਉਹ ਦੱਸ ਰਹੇ ਆ।
10 ट्रांसफर्स होंगे ते कुछ लॉन्गिट्यूडनल होंगे, मतलब लॉन्ग वालियां दी काउंटिंग नहीं है, ट्रांसफर्स दी ठीक। काउंटिंग। ट्रांसफर्स ते लॉन्गिट्यूडनल तो पता है ना? हाँ जी मैम। हाँ। When mature, they are detached from their conidiophore and liberated। ਜਦੋਂ ਮੈच्योर ਹੋਣਗੇ ਜਾਣਗੇ ਉਹ, ਠੀਕ ਹੈ, ਡਿਟੈਚ ਹੋ ਜਾਣਗੇ ਤੇ ਕਿੱਥੇ ਆ ਜਾਣਗੇ, ਹਵਾ ਚ ਆ ਜਾਣਗੇ ਜਾਂ ਮਿੱਟੀ ਚ ਗਿਰ ਜਾਣਗੇ। ਉੱਥੇ ਉਹ ਕੀ ਹੋਣਗੇ, ਜਰਮੀਨੇਟ ਹੋ ਜਾਣਗੇ, ਠੀਕ ਹੈ, ਕਿਸੇ ਨਾ ਕਿਸੇ ਪਲਾਂਟ ਦੇ ਉੱਪਰ ਜਾਂ ਮਿੱਟੀ ਦੇ ਵਿੱਚ, ਠੀਕ ਹੈ। ਤਾਂ ਉੱਥੇ ਜਰਮ ਟਿਊਬਸ ਬਣਾਉਣਗੇ ਤੇ ਸਟੋਮੈਟਾ ਦੇ ਥਰੂ ਦੂਜੇ ਪਲਾਂਟ ਨੂੰ ਇਨਫੈਕਟ ਕਰ ਦੇਣਗੇ। ਠੀਕ। ਠੀਕ ਹੈ, ਕਿੰਨੀਆਂ ਜਰਮ ਟਿਊਬਸ ਬਣਾਉਣਗੇ? 5 ਤੋਂ 10 ਜਰਮ ਟਿਊਬ। ਪਿਛਲੇ ਲੈਕਚਰ ਚ ਮੈਂ ਦੱਸਿਆ, ਤੁਸੀਂ ਉਹ ਰਿਕਾਰਡਿੰਗ ਸੁਣ ਲਿਓ, ਜੇ ਡਾਊਟ ਹੋਇਆ ਮੈਨੂੰ ਪੁੱਛ ਸਕਦੇ ਹੋ ਪਰਸਨਲੀ ਮੈਸੇਜ ਕਰਕੇ। ਠੀਕ ਹੈ। Next is the symptoms of the early blight of potato disease. It's a very common disease. देखो ਇਹਦਾ ਕਿੰਨਾ ਟਾਈਮ ਹੈ, 3-4 weeks ਤੋਂ ਬਾਅਦ, ਉਗਾਉਣ ਤੋਂ ਬਾਅਦ, the disease first appear as the pale brown spots। ਠੀਕ ਹੈ, ਇਹਦੇ ਨੇਮ ਜ਼ਰੂਰ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਵੀ ਕਿਹੜੇ ਕਿਹੜੇ ਕਲਰਸ ਦੇ ਸਪੌਟ ਆਉਂਦੇ ਨੇ ਕਿਹੜੀ ਡਿਜ਼ੀਜ਼ ਵਿੱਚ, ਬਹੁਤ ਕਨਫਿਊਜ਼ ਕਰਦਾ ਹੈ। ਠੀਕ ਹੈ, ਔਰ ਕਿੱਧਰ ਨੂੰ ਸਪਰੈਡ ਕਰਦਾ ਹੈ, ਕਿੱਧਰ ਨੂੰ ਸਕੈਟਰ ਹੋ ਰਿਹਾ, ਫੈਲ ਰਿਹਾ, ਲੋਅਰ ਲੀਫਲੇਟ ਤੇ ਜਾਏਗਾ, ਕਿਉਂਕਿ ਸਟੋਮੈਟਾ ਹੈ ਨਾ, ਸਟੋਮੈਟਾ ਵੀ ਨੀਚੇ ਹੀ ਹੈ ਤਾਂ ਬਿਮਾਰੀ ਵੀ ਉੱਥੋਂ ਹੀ ਜਾਏਗੀ। ਠੀਕ ਹੈ, ਗ੍ਰੈਜੂਅਲੀ ਕੀ ਹੁੰਦਾ, ਫਿਰ ਇਹ ਇੰਕਰੀਜ਼ ਹੋਣਾ ਸ਼ੁਰੂ ਹੁੰਦਾ ਅਪਰ ਲੀਵਸ ਵੱਲ, ਕਿਉਂਕਿ ਕੋਨੀਡੀਆ ਸਭ ਤੋਂ ਪਹਿਲਾਂ ਕਿਹਨੂੰ ਅਪਰੋਚ ਕਰੇਗਾ, ਨੀਚੇ ਵਾਲੇ ਪੱਤਿਆਂ ਨੂੰ ਹੀ ਅਪਰੋਚ ਕਰੇਗਾ ਨਾ। ਠੀਕ ਹੈ, ਨੀਚੇ ਵਾਲੇ ਪੱਤਿਆਂ ਦਾ ਨਿਚਲਾ ਹਿੱਸਾ ਸਟੋਮੈਟਾ ਵਾਲਾ, ਉਸ ਤੋਂ ਬਾਅਦ ਉੱਪਰ ਨੂੰ ਜਾਏਗਾ। ਜਿਵੇਂ ਜਿਵੇਂ ਫਿਰ ਪਲਾਂਟ ਗਰੋ ਕਰੇਗਾ ਉਵੇਂ ਜਿਹੜੇ ਸਪੌਟਸ ਨੇ ਉਹ ਬੜੇ ਹੋ ਜਾਣਗੇ। ਤੇ ਇਸ ਤੋਂ ਇਲਾਵਾ ਕੀ ਦਿਖਾ ਗਿਆ ਉਸ ਤੇ, ਸਰਕੂਲਰ ਕੰਸੈਂਟਰਿਕ ਨੈਕਰੋਟਿਕ ਰਿਜਿਸ ਔਨ ਦ ਲੀਵਸ। ਨੈਕਰੋਟਿਕ ਹੁੰਦਾ ਡੈਡ ਏਰੀਆ, ਠੀਕ ਹੈ। ਫਿਰ ਲੀਵਸ ਕੀ ਹੋਣਗੇ, ਡਰਾਈ ਹੋਣਗੇ, ਸੁੱਕ ਜਾਣਗੇ, ਗਿਰ ਜਾਣਗੇ, ਡ੍ਰੌਪਸ ਡਾਊਨ। ਇਸ ਤਰ੍ਹਾਂ ਡੈਮੇਜ ਸਟਾਰਟ ਹੋ ਜਾਏਗਾ ਪੋਟੈਟੋ ਕ੍ਰੌਪ ਨੂੰ। ਠੀਕ ਹੈ, ਇਹ ਜਿਹੜਾ ਸਪੋਰਟਸ ਲਿਖਿਆ ਨਾ, ਦੂਜਾ ਸਪੋਰਟਸ ਹੈ, ਆਰ ਕੱਟ ਦਿਓ ਇਸ ਚੋਂ, ਇਹ ਖੇਡਣ ਵਾਲੇ ਦੀ ਗੱਲ ਨਹੀਂ ਹੋ ਰਹੀ ਹੈ, ਦੂਜੇ ਦੀ ਸਪੌਟ ਦੀ ਗੱਲ ਹੋ ਰਹੀ ਹੈ, ਪੇਲ ਬਰਾਊਨ ਵਾਲੇ ਦੀ। ਇਸ ਤੋਂ ਬਾਅਦ ਡਿਵੈਲਪ ਹੁੰਦਾ ਪੈਟਿਓਲਸ ਤੇ ਸਟੈਮਸ, ਵਧਣਾ ਸ਼ੁਰੂ ਹੋ ਗਿਆ, ਮਤਲਬ ਹਾਂਜੀ ਬਾਤ ਕੀ ਪਹਿਲਾਂ ਲੀਫ ਤੋਂ ਪਹਿਲਾਂ ਸਿਰਫ ਲੀਫ ਤੇ ਸੀ ਨਾ, ਹਾਂਜੀ ਹਾਂਜੀ, ਉਹਦੇ ਪੈਟਿਓਲ ਤੇ ਗਿਆ, ਫਿਰ ਸਟੈਮ ਤੇ ਚਲਾ ਗਿਆ। ਉੱਥੇ ਐਂਜ਼ਾਈਮ ਸਕ੍ਰੀਟ ਹੁੰਦਾ ਹੈ ਆਲਟਰਨੈਰਿਕ ਐਸਿਡ, ਦਿਖ ਰਿਹਾ ਹਾਂ ਠੀਕ। ਕਿਹਦੇ ਦੁਆਰਾ? ਪੈਥੋਜਨ ਦੁਆਰਾ। ਪੈਥੋਜਨ ਕੀ ਹੈ? ਉਹ ਏਜੰਟ ਜਿਹੜਾ ਡਿਜ਼ੀਜ਼ ਕਾਜ਼ ਕਰਦਾ ਹੈ। ਠੀਕ ਹੈ, ਹਾਂਜੀ। ਇਹਨੂੰ ਮੈਥਡ ਕੰਟਰੋਲ ਕਰਨ ਦਾ ਮੈਥਡ ਕੀ ਹੈ? ਹੈਡਿੰਗ ਦੇਣਾ ਭੁੱਲ ਗਏ ਇਹ। ਕੰਟਰੋਲ ਆਫ ਡਿਜ਼ੀਜ਼ ਹੈਡਿੰਗ ਹੈ, rotating of crops, growing of resistant varieties, spraying with the fungicides like Bordeaux mixture every week। ਇਹਦੇ ਮੈਥਡ ਹੈ ਰੋਕਣ ਦੇ, ਜਾਂ ਫਿਰ ਡਿਜ਼ੀਜ਼ ਪਲਾਂਟਸ ਨੂੰ ਇਰੈਡੀਕੇਟ ਕਰ ਦੋ, ਕੱਢ ਦੋ ਉਹਨਾਂ ਨੂੰ ਬਾਹਰ, ਤਾਂ ਕਿ ਦੂਜੇ ਨਾ ਖਰਾਬ ਹੋਣ। Next one is the whip smut of the sugarcane. Class fungi imperfect, order Monilians, family Dimensiaceae, genus Cercospora। Causal organism Astrelago, दिख रही है ना, Citamenia। यस मैम। हाँ जी, ये है इसका causative organism, ये सब तो इम्पोर्टेंट है। Causative organism ਤੁਹਾਨੂੰ ਹਰ ਕਿਸੇ ਦਾ ਟਿਪਸ ਤੇ ਹੋਣਾ ਚਾਹੀਦਾ ਹੈ। ठीक है। Hyphae collected as a dense mass। ਕੀ ਚੀਜ਼? ਜਿਹੜਾ ਇਹ ਪੋਜ਼ਿਟਿਵ ਦੱਸਿਆ ਹੈਗਾ, ਇਹ ਹੁੰਦਾ ਹੈ ਜਿਸ ਦੇ ਕਰਕੇ ਜਿਵੇਂ ਟਾਈਫਾਇਡ ਕਿਸਕੇ ਕਰਕੇ ਹੁੰਦਾ ਹੈ? टाइफाइड मैम सैल्मोनेला टाइप बैक्टीरिया
ਉਹ ਇਹਦਾ ਪੋਜ਼ਿਟਿਵ ਆਰਗੇਨਿਜ਼ਮ ਹੈ। ਠੀਕ ਹੈ ਉਹ ਬੈਕਟੀਰੀਆ ਸਾਲਮੋਨੇਲਾ ਟਾਈਫੀ, ਇਟ ਇਜ਼ ਰਿਸਪੋਂਸਿਬਲ ਫॉर ਦਿਸ ਡਿਜ਼ੀਜ਼। ਠੀਕ ਹੈ, ਹੁਣ ਇਸ ਦੇ ਵਿੱਚ ਕੀ ਰਿਸਪੋਂਸਿਬਲ ਹੈ? ਅਸਟੀਲੈਗੋ ਸਿਟੇਮੀਨੀਆ। ਇਹਦੇ ਕਰਕੇ ਵਿਪ ਸਮਟ ਆਫ ਸ਼ੂਗਰ ਕੇਨ ਹੁੰਦਾ। ਠੀਕ ਹੈ ਸਮਝ ਗਏ? ਇਹ ਫੰਗਸ ਹੈ, ਉਹ ਬੈਕਟੀਰੀਆ ਹੈ। ਕੁਝ ਵਾਇਰਲ डिजीजेस है, ਹਾਂਜੀ ਹਾਂ है ना? आपको सारे पढ़ते हैं ना, ये फंगल डिजीजेस है। और इस तो बाद आता है the fungus infect the tissue of the same and is intercellular। intercellular मतलब हाँ जी ਇੰਟਰਸੈਲੂਲਰ ਜਿਹੜੇ ਅੰਦਰ ਹੁੰਦੇ हाँ जी ਇੰਟਰਸੈਲੂਲਰ ਮਤਲਬ ਉਹਨਾਂ ਦੇ ਅੰਦਰਲੇ ਸੈੱਲਾਂ ਦੇ ਵਿੱਚ ਹੋ ਰਹੇ ਆ ਨਾ ਦੋ ਸੈੱਲਾਂ ਦੇ ਵਿਚਕਾਰ। ਦੋ ਸੈੱਲਾਂ ਦੇ ਠੀਕ ਠੀਕ ਹੈ, ਜਿਸका ਇੰਟਰ ਮਤਲਬ ਬਿੱਟੀ ਹਾਂਜੀ ਇੰਟਰ ਹੁੰਦਾ ਹੈ, ਜਿਵੇਂ ਇੰਟਰ ਸਕੂਲ ਕੰਪੀਟੀਸ਼ਨ, ਦੋ ਸਕੂਲਾਂ ਦੇ ਵਿਚਕਾਰ ਕੰਪੀਟੀਸ਼ਨ ਹੁੰਦਾ ਨਾ, ਹਾਂਜੀ ਹਾਂਜੀ ਇੰਟਰਸੈਲੂਲਰ ਸਪੇਸਿਸ। ਠੀਕ ਹੈ, ਠੀਕ ਫਿਰ ਹੁੰਦਾ ਇੱਕ ਇੰਟਰਾ ਸੈਲੂਲਰ ਤੇ ਐਕਸਟਰਾ ਸੈਲੂਲਰ। ਇੰਟਰਾ ਅੰਦਰਲਾ, ਐਕਸਟਰਾ ਬਾਹਰਲਾ। ਹਾਂ ਠੀਕ ਹੈ, ਹਾਂਜੀ ਇਹ ਕਿਹਨੂੰ ਇਨਫੈਕਟ ਕਰਦਾ? ਟਿਸ਼ੂ ਤੇ ਇੰਟਰਸੈਲੂਲਰ ਨੂੰ। ਕਲੀਅਰ ਹੈ? ਫਿਰ ਇਸ ਚ ਕੀ ਹੁੰਦਾ? ਹਾਈਫੇ ਕਲੈਕਟਡ ਐਜ਼ ਅ ਡੈਂਸ ਮਾਸ ਟੁਵਰਡ ਦ ਸਰਫੇਸ ਆਫ ਦ ਸਪੋਰ ਬੀਅਰਿੰਗ ਸ਼ੂਟ। ਜਿਹੜੇ ਸ਼ੂਟ ਦੇ ਉੱਪਰ, ਜਿਹੜੇ ਟਾਣੀ ਦੇ ਉੱਪਰ, ਠੀਕ ਹੈ, ਸਪੋਰਸ ਹੋਣਗੇ, ਉਸ ਨੂੰ ਇਫੈਕਟ ਕਰੇਗਾ। ਠੀਕ ਹੈ, ਜਿਹੜੇ ਸਪੋਰਸ ਨੇ ਉਹ ਕੀ ਨੇ? ਗਲੋਬੋਸ ਟੂ ਸਬ ਗਲੋਬੋਸ ਸ਼ੇਪ ਹੈ ਇਹ, ਰੈਡਿਸ਼ ਬ੍ਰਾਊਨ, ਸਮੂਥ ਔਰ ਪੰਕਚੇਟ। Next is symptoms. It affects the growing axis। growing axis ਸਮਝਦੇ ਹੋ? ਟਿਪ ਤੇ ਹੋਏਗੀ ਉੱਪਰ, ਜਿੱਥੋਂ ਪਲਾਂਟ ਅੱਗੇ ਵੱਧਦਾ ਹੈ। ਹਾਂਜੀ Produce a long whip, dusty black shoot of the several feet in length. The whip is covered by silvery thin membrane in its early stage. Affected plant have slender, thin, taller canes than rest of the crops। ਇਹ ਨਿਸ਼ਾਨੀ ਹੈ ਵਿਪ ਦੀ। ਠੀਕ ਹੈ, ਇਹਦੀ ਕਿਵੇਂ ਦੀ ਹੁੰਦੀ ਹੈ? ਅਰਲੀ ਸਟੇਜ ਚ ਦਿਖਦੀ ਹੈ, ਹਾਂਜੀ ਗਰੋਇੰਗ ਐਕਸਿਸ ਨੂੰ ਅਫੈਕਟ ਕਰਦੀ ਹੈ, ਉਸ ਤੋਂ ਬਾਅਦ ਇਹ ਬਣਦੀ ਹੈ। ਠੀਕ ਹੈ, ਠੀਕ आवाज ना आ जाए दोबारा। इसके बाद डिजीज साइकिल। Sugarcane smut is transmitted by the mycelium present in the cell of the diseased clumps and also through the spores present in the soil। किधे द्वारा ट्रांसमिट होती है? माइसीलियम के द्वारा। ठीक है देखो स्पोर्स के द्वारा ਜਿਹੜੇ ਆਫ ਸੋਇਲ ਚ ਹੁੰਦੇ ਆ। ਕੰਟਰੋਲ ਕਿਵੇਂ ਕਰ ਸਕਦੇ ਆ? ਰਿਮੂਵਲ ਕਰ ਦੋ ਤੁਸੀਂ ਵਿਪਸ ਦਾ। ਕੀ ਹੁੰਦਾ ਮਾਈਸੀਲੀਅਮ? ਹਾਂਜੀ ਮਾਈਸੀਲੀਅਮ ਤੁਸੀਂ ਐਵੇਂ ਕਰਿਓ, ਹਾਈਫੇ ਤੇ ਮਾਈਸੀਲੀਅਮ। ਹਾਂਜੀ ਠੀਕ ਹੈ, ਇਹ ਦੋਨਾਂ ਦੀ ਡੈਫੀਨੇਸ਼ਨ ਦੱਸਣੀ ਮੈਨੂੰ ਕੱਲ। ਠੀਕ ਹੈ ਮੈਮ ਹਾਂਜੀ ਠੀਕ ਹੈ, ਇਹ ਜਦੋਂ ਆਪਾਂ ਫੰਗਸ ਸ਼ੁਰੂ ਕੀਤੀ ਸੀ ਉਦੋਂ ਦੇ ਪੜ੍ਹਦੇ ਆ ਰਹੇ ਹਾਂ ਆਪਾਂ। ਹਾਂ ठीक है मैम मैं सर्च कर हाइफे एंड माइसीलियम। ठीक है, ना ਨੋਟ ਕਰ ਲਓ। हाँ ਇਸ ਤੋਂ ਬਾਅਦ ਹੈ ਡਿਜ਼ੀਜ਼ ਕੰਟਰੋਲ। ਕਿਵੇਂ ਕੰਟਰੋਲ ਹੋਏਗੀ? ਜੇ ਆਪਾਂ ਵਿਪ ਨੂੰ ਹੀ, ਜਿਹੜਾ ਅਰਲੀ ਸਟੇਜ 'ਚ ਮਿਲਦਾ ਹੈ, ਉਹ ਨਹੀਂ ਰਿਮੂਵ ਕਰਦੀ ਹੈ, ਅੱਗੇ ਦੀ ਸਟੇਜ ਆਏਗੀ ਨਹੀਂ ਨਾ। ठीक है, दूसरा susceptible varieties should not be rationed आएगा। ठीक है, मतलब ਜਿਹੜੀਆਂ susceptible varieties ਨੇ ਉਹ ਨਹੀਂ ਆਪਾਂ ਉਹ ਕਰਨੀਆਂ, ਜਿਨ੍ਹਾਂ ਦੇ ਨਾਲ ਚਾਂਸ ਹੈਗਾ ਬਿਮਾਰੀਆਂ ਦਾ ਹੋਣ ਦਾ।
Next is the avoid planting of the sets from the disease canes. ठीक है, disease canes मतलब ਜਿਵੇਂ ਕਿਵੇਂ ਦੱਸਾਂ ਤੁਹਾਨੂੰ ਵੀ ਆਪਾਂ ਕੋਈ ਪਲਾਂਟ ਲੈ ਲਿਆ, ਠੀਕ ਹੈ, ਉਹਨੂੰ ਉਗਾਤਾ, ਬਿਮਾਰੀ ਹੋ ਗਈ, ਹੁਣ ਆਪਾਂ ਨੂੰ ਪਤਾ ਸੀ ਆਪਾਂ ਉਹ ਪਲਾਂਟ ਕਿਹੜੀ ਸੈਟ ਚੋਂ ਲਿਆ, ਮੀਨਸ ਕਿੱਥੋਂ ਆਪਾਂ ਉਹ ਸੀਡਸ ਲਏ, ਠੀਕ ਹੈ, ਕਿੱਥੋਂ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਕਿਹੜੇ ਵਾਲੇ ਦੇ ਆਉਂਦੀ ਹੈ, ਇਸ 'ਚ ਵੀ ਵੈਰਾਈਟੀਜ਼ ਹੁੰਦੀ ਹੈ ਨਾ, ਕਿਹੜੀ ਬੈਸਟ ਵੈਰਾਈਟੀ ਹੈ, ਕਿਹੜੀ ਬੇਕਾਰ ਹੈ, ਠੀਕ ਹੈ, ਇਸ 'ਚ ਵੀ ਹੁੰਦੀ ਹੈ, ਜਿਵੇਂ ਫਾਰਮਰਸ ਲਗਾਉਂਦੇ ਨੇ ਨਾ, ਉਹਨਾਂ ਨੂੰ ਪਤਾ ਹੁੰਦਾ ਹੈ ਕਿਹੜੇ ਬੀਜ ਜ਼ਿਆਦਾ ਵਧੀਆ ਫਸਲ ਦਿੰਦੇ ਨੇ। ਹਾਂਜੀ ਉਹ ਚੀਜ਼ ਹੈ ਇਹ ਕਿ ਆਪਾਂ ਡਿਜ਼ੀਜ਼ ਕੇਸ ਚੋਂ ਜਿਹੜੇ ਹੈਗੇ ਆ ਉਹ ਪਲਾਂਟਸ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਵੀ ਇਸ 'ਚ ਪ੍ਰੋਬਲਮ ਆਉਂਦੀ ਹੈ, ਉਹ ਆਪਾਂ ਅਵੋਇਡ ਕਰਨੇ ਆ ਕਿਉਂਕਿ ਨੁਕਸਾਨ ਐਂਡ 'ਚ ਉਹਨਾਂ ਦਾ ਹੀ ਹੈ ਨਾ, ਹਾਂਜੀ ਹਾਂਜੀ ਘੱਟ ਮਿਲੇਗਾ ਪ੍ਰੋਡਕਟ, ਠੀਕ ਹੈ। ਕੈਮੀਕਲ ਟ੍ਰੀਟਮੈਂਟ ਆਫ ਦਾ ਸੈਟਸ ਬਿਫੋਰ ਦਾ ਪਲਾਂਟਿੰਗ, ਫਿਰ ਜੇ ਆਪਾਂ ਹੁਣ ਪਲਾਂਟਸ ਲਗਾਣੇ ਆ ਉਸ ਤੋਂ ਪਹਿਲਾਂ ਉਹਦੇ ਕੈਮੀਕਲ ਸੈਟਸ ਮੀਨਸ ਪਹਿਲਾਂ ਹੀ ਫੰਜੀਸਾਈਡਸ ਸਪਰੇ ਕਰ ਦੋ, ਪਹਿਲਾਂ ਹੀ ਸੋਇਲ ਨੂੰ ਐਵੇਂ ਕ੍ਰੀਏਟ ਕਰ ਦੋ ਕਿ ਸਪੋਰਸ ਗਰੋ ਹੀ ਨਾ ਹੋ ਪਾਉਣ, ਹਾਂਜੀ ਠੀਕ ਹੈ। ਨੈਕਸਟ ਯੂਜ਼ ਆਫ ਦਾ ਰੈਜ਼ਿਸਟੈਂਟ ਵੈਰਾਈਟੀ, ਇਹੋ ਜਿਹੀ ਵੈਰਾਈਟੀ ਉਗਾਈਏ ਜਿਹੜੀ ਕਿ ਖੁਦ ਹੀ ਰੈਜ਼ਿਸਟੈਂਟ ਹੋਵੇ ਬਿਮਾਰੀਆਂ ਨੂੰ ਲੈ ਕੇ। मैं सेम क्रॉप रोटेशन वाली बात ही होगी। ਹਾਂ ਉਹੀ ਚੀਜ਼ ਆ। ਹਾਂਜੀ ਅੱਗੇ ਆ ਗਿਆ ਵਾਈਟ ਰਸਟ ਆਫ ਕ੍ਰੂਸੀਫਰਸ, ਠੀਕ ਮੈਨੂੰ ਲੱਗਦਾ ਇਹ ਹੋ ਪਾਏਗੀ 10 ਮਿੰਟ, ਮੈਨੂੰ ਮੈਸੇਜ ਆਇਆ ਸੀ ਥੋੜੀ ਦੇਰ ਪਹਿਲਾਂ ਵੀ ਕਲਾਸ ਬੰਦ ਹੋਏਗੀ ਆਫਟਰ 10 ਮਿੰਟਸ, ਇਹ ਡਿਜ਼ੀਜ਼ ਤੋਂ ਬਾਅਦ ਜੇ ਬੰਦ ਹੋਏਗੀ ਨਾ ਮੈਂ ਲਿੰਕ ਭੇਜਾਂਗੀ। ठीक है मैम। 4 ਮਿੰਟਸ ਆਰ ਲੈਫਟ, ਠੀਕ ਹੈ। ਇਸ ਤੋਂ ਬਾਅਦ ਆਉਂਦਾ ਵਾਈਟ ਰਸ ਆਫ ਕ੍ਰੂਸੀਫਰਸ, ਇਹ ਕਿਹਦੇ 'ਚ ਦੇਖੀ ਜਾਂਦੀ ਹੈ, ਅਕਰਸ ਇਨ ਦਾ ਬ੍ਰੈਸਿਕਾ ਨੈਪਸ, ਬ੍ਰੈਸਿਕਾ ਐਲਬਾ, ਬ੍ਰੈਸਿਕਾ ਜਿਨਕੀਆ ਕੰਪੈਸਟ੍ਰਿਸ, ठीक है। वाइट रस्ट डिजीज, पॉजिटिव ऑर्गेनिज्म एल्ब्यूगो कैंडिडा, बहुत ज्यादा कॉमन है एल्ब्यूगो कैंडिडा बर्ड, ठीक है। इनू होर की कहा जाता है, सिस्टोपस कैंडिडस, की है ये ऑब्लिगेट पैरासाइट है, ठीक है ठीक है। इस भी की बनता है नॉब शेप्ड हॉस्टोरिया इन द होस्ट सेल, ठीक है। फिर हाइफी फ्रॉम द एंडोफिटिक mycelium collect beneath the epidermis, dense mass of the hyphae from the sporangial bed, sprangiophores are formed, sprangiophores बनते हैं ना वही स्परेंजियम ਦੇ ਅੰਦਰ ਦੱਸਿਆ ਸੀ ਨਾ ਬਿਲਕੁਲ ਸਟਾਰਟਿੰਗ ਡਾਇਗਰਾਮ ਦੇ ਵਿੱਚ, ਹਾਂ ਉਹ ਵਾਲੇ। ਫਿਰ ਉਹ ਸਪਰੈਂਜੀਆ ਕਿਵੇਂ ਮਤਲਬ ਫਾਰਮ ਹੁੰਦੇ ਆ, ਕਿਹੜੇ ਸਕਸੈਸ਼ਨ 'ਚ, ਬੈਸੀਪੈਟਲ, ठीक है। ਐਂਡ ਸਪਰੈਂਜੀਆ ਹੁੰਦੇ ਕਿਵੇਂ, ਹਾਈਲਾਈਨ ਐਂਡ ਸਫੈਰਿਕਲ ਸ਼ੇਪ ਆ ਗਈ, ਔਰ ਜਿਹੜੇ ਹੁਣ ਸਪੋਰਸ ਨੇ ਇਹ ਬੜੇ ਹੋ ਕੇ ਕੀ ਬਣਦੇ ਨੇ, ਜ਼ੂਓਸਪੋਰਸ, ठीक है। सिम्टम्स सेम उਵੇਂ ਨੇ, ग्रोइंग एक्सिस है, वीप आएगा, ठीक है, डस्टी ब्लैक shoot of the several feet in the plant and वीप is covered by the silvery thin membrane in its early stage, ठीक है। सेम वही चीज है। इस तो बाद आ वाला ਜਿਹੜਾ ਮੈਂ ਤੁਹਾਨੂੰ ਪਿਕ ਕਰਵਾਈ ਹੈ, ਹਾਂਜੀ ਕਲੀਅਰ ਨਾ, ਇਹ ਤਾਂ ਲੈ ਲਿਆ ਸੀ ਨਾ, ले जी ले थे मैम, ना स्क्रीनशॉट, ये वाला स्क्रीनशॉट हो गया। हाँ जी मैम, ये मैं बाद च स्टडी कर लूंगी। हाँ जी हाँ ਹੁਣ ਅਗਲਾ ਟੌਪਿਕ ਲਾਈਕਨ ਸ਼ੁਰੂ ਹੋਏਗਾ, ਉਹ ਅਗਲੀ ਕਲਾਸ ਚ ਕਰਵਾਨੀ ਹੈ, ठीक है मैम। ਇਹ ਹੁਣ ਜਿਹੜੇ 2 ਮਿੰਟ ਬਚੇ ਆ ਮੈਂ ਤੁਹਾਨੂੰ ਪਿਛਲਾ ਲੈਕਚਰ ਦੱਸ ਦਿੰਨੀ ਹਾਂ ਜਿਹੜਾ ਤੁਹਾਡਾ ਅੱਜ ਮਿਸ ਹੋਇਆ ਦੁਪਹਿਰੇ, ठीक ਤੁਸੀਂ ਜਿਹੜਾ ਮਿਸ ਕੀਤਾ ਸੀਗਾ ਐਸਕੋਮਾਈਸਿਟਿਸ, ਮੈਂ ਸ਼ਾਰਟਸ ਦੱਸਦੀ ਹਾਂ ਫਾਸਟ, ਠੀਕ ਹੈ। ਸੈਕ ਫੰਜਾਈ ਦਾ ਨਾਮ, ਈਸਟ मैम ਐਕਸੈਪਸ਼ਨ एक ਸੀਗੀ, एक्टिनोमाइसिट्स भी ਹੁੰਦੇ ਨਾ, एक्टिनोमाइसिट्स, ਇਹ ਐਕਟਿਨੋ ਨਹੀਂ ਹੈ, ਇਹ ਐਸਕੋ ਹੈ, ਇਹ ਐਕਟਿਨੋ ਉਹ ਨਹੀਂ ਵੀ ਹੈਗੀ, ਹੁੰਦਾ ਨਾ ਮੈਮ। ਹੁੰਦੀ ਹੈ ਇੱਕ ਟਾਈਮ, ਪਰ ਇਸ ਜਿਹੜੀ ਆਪਾਂ ਹੁਣ ਪੜ੍ਹ ਰਹੇ ਹਾਂ ਐਸਕੋ ਬੈਸੀਡੀਓ ਤੇ ਡਿਟੀਰੀਓ ਹੈ, ਠੀਕ ਹੈ। ਉਹ ਅਸੀਂ ਗ੍ਰੈਜੂਏਸ਼ਨ ਚ ਕੀਤਾ ਹੋਇਆ ਆਈ ਥਿੰਕ, ਉਹ ਅਗਲੇ ਲੈਵਲ ਦੀ ਹੈ ਨਾ, ਠੀਕ ਹੈ। ਹਾਂਜੀ ਇਹ ਸੈਕ ਫੰਜਾਈ ਹੈ, ਠੀਕ ਹੈ। ਯੂਨੀਸੈਲੂਲਰ ਐਕਸੈਪਸ਼ਨ ਹੈ ਇਹਦੇ ਵਿੱਚ, ਇਹ ਸੈਕਸ਼ੂਅਲੀ ਕਿਵੇਂ ਹੁੰਦਾ, ਕੋਨੀਡੀਆ ਦੇ ਥਰੂ ਸੈਕਸ਼ੂਅਲੀ,
ਆ ਸਾਰੀ ਐਗਜ਼ਾਮਪਲਸ ਲਰਨ ਕਰਨ ਨੂੰ ਕਿਹਾ ਸੀ ਮੈਂ। ਠੀਕ ਹੈ ਈਸਟ ਦੀ ਗੈਮੀਟੈਂਜਲ ਫਿਊਜ਼ਨ, ਪਾਇਰੋਨੀਮਾ ਗੈਮੀਟੈਂਜਲ ਕੰਟੈਕਟ, ਨਿਊਰੋਸਪੋਰਾ ਸਪਰਮੇਟਾਈਜੇਸ਼ਨ, ਪਜ਼ੀਜ਼ਾ ਸਮੈਟੋਗੈਮੀ, ਰਾਈਟ। ਇਸ ਤੋਂ ਬਾਅਦ ਸੇ ਪਲਾਜ਼ਮੋਗੈਮੀ ਹੁੰਦੀ ਹੈ, ਫਿਰ ਕੈਰੀਓਗੈਮੀ, ਫਿਰ ਮਿਓਸਿਸ। ਇਹ ਤੋਂ ਬਾਅਦ ਡਾਈਕੈਰੀਓਟਿਕ ਲਾਈਫ ਸਾਈਕਲ ਚੱਲਣ ਲੱਗ ਜਾਂਦਾ ਹੈ। ਡਾਈਕੈਰੀਓਟਿਕ ਮਤਲਬ 2 ਨਿਊਕਲੀਅਸ, ਠੀਕ ਹੈ ਨਾ, ਦੱਸਿਆ ਹੋਇਆ ਨਾ। ਹਾਂਜੀ ਹਾਂਜੀ ਕੈਰੀਓਗੈਮੀ, डाई मीनिंग टू कैरियो मतलब न्यूक्लियस सेम हाँ कैरियोगेमी मतलब फ्यूजन ऑफ द न्यूक्लियस, प्लाज्मोगेमी फ्यूजन ऑफ प्लाज्मा। हाँ ਜਦੋਂ ਇਹ ਸਾਰਾ ਫਿਊਜ਼ਨ ਹੋ ਜਾਂਦਾ ਹੈ ਫਿਰ ਮਿਓਸਿਸ ਨਾਲ ਡਿਵਾਈਡ ਹੋ ਜਾਏਗਾ, ਡਿਵਾਈਡ ਨਾਲ ਡਬਲ ਫਿਰ ਬਣ ਜਾਏਗਾ ਡਾਈਕੈਰੀਓਟਿਕ। ਇਹ ਲਾਈਫ ਸਾਈਕਲ ਚੱਲਦਾ ਹੈ। ਇਸ ਦੇ ਵਿੱਚ ਐਸਕਾਈ ਹੁੰਦੇ ਆ ਸਿੰਗੂਲਰ, ਐਸਕਸ, ਇੱਕ ਐਸਕਸ ਦੇ ਵਿੱਚ 8 ਐਸਕੋਸਪੋਰਸ ਹੁੰਦੇ ਆ, ਠੀਕ ਹੈ। ਐਸਕੋਕਾਰਪ ਹੁੰਦੀ ਹੈ ਫਰੂਟਿੰਗ ਬॉडी, ਠੀਕ ਹੈ। ਫਿਰ ਇਕਨੋਮਿਕ ਇੰਪੋਰਟੈਂਸ, ਉਹ ਤੁਸੀਂ ਸਕਰੀਨਸ਼ਾਟ ਲੈ ਲਓ ਜਲਦੀ, 1 ਮਿੰਟ ਰਹਿ ਗਿਆ ਬੰਦ ਹੋਣ ਵਾਲਾ।